श्री वाहिगुरु साहिब जी। साथ सजादे अर फौज आई। साथ सजादे अर फौज आई। अहमद शाह अब्दाली काबल की धरती तो तुरिया ते लाहौर ते कब्ज होया। लाहौर नूं अपने कब्जे विच लै लिया। इधर दिल्ली दा बादशाह मुहम्मद शाह रंगीला इहनूं अपने हत्थां पैरां दी पै गई। इस मुहम्मद शाह रंगीला ने अहमद शाह अब्दाली नूं रोकण वास्ते अपना खास जरनैल खास वजीर जिहदा नाम कमरदीन है ਉਹਦੇ ਨਾਲ ਸੂਰੈ ਅਲੀ ਤੇ ਜੈਪੁਰ ਦਾ ਰਹਿਣ ਵਾਲਾ ਮਾਧੋ ਸਿੰਘ ਬਲੀ ਇਹਨਾਂ ਤਿੰਨਾਂ ਦੀ ਅਗਵਾਈ ਦੇ ਵਿੱਚ ਭਾਰੀ ਫੌਜ ਭੇਜੀ ਤਾਂ ਜੋ ਅਹਿਮਦ ਸ਼ਾਹ ਅਬਦਾਲੀ ਨੂੰ ਰੋਕਿਆ ਜਾ ਸਕੇ। ਉਹ ਵੀ ਨਾ ਕਿਤੇ ਨਾਦਰ ਸ਼ਾਹ ਵਾਂਗੂ ਦਿੱਲੀ ਵਿੱਚ ਆ ਕੇ ਇੱਥੇ ਜ਼ੁਲਮ ਦੀ ਹਨੇਰੀ ਝੁਲਾ ਦੇਵੇ, ਅਤਿਆਚਾਰ ਨਾ ਕਰਨ ਲੱਗ ਪਵੇ। ਕਿਉਂਕਿ ਜਦੋਂ ਨਾਦਰ ਸ਼ਾਹ ਆਇਆ ਸੀ ਤਾਂ ਉਹਨੇ ਲਗਭਗ ਇੱਕ ਦਿਨ ਦੇ ਵਿੱਚ 1 ਲੱਖ ਬੰਦਾ ਮਾਰਿਆ ਸੀ ਦਿੱਲੀ ਦੇ ਵਿੱਚ, ਸਿਰਫ ਇੰਨੀ ਗੱਲ ਕਰਕੇ ਕਿ ਉੱਥੋਂ ਦੇ ਲੋਕਾਂ ਵਿੱਚ ਇਹ ਗੱਲ ਫੈਲਾ ਦਿੱਤੀ ਸੀ ਕਿ ਨਾਦਰ ਸ਼ਾਹ ਮਰ ਚੁੱਕਿਆ ਹੈ, ਨਾਦਰ ਸ਼ਾਹ ਨੂੰ ਮਾਰ ਦਿੱਤਾ ਗਿਆ ਹੈ। ਬਸ ਇਸ ਗੱਲ ਕਰਕੇ ਹੀ ਨਾਦਰ ਸ਼ਾਹ ਨੇ 1 ਲੱਖ ਬੰਦਾ ਇੱਕ ਦਿਨ ਦੇ ਵਿੱਚ ਮਾਰ ਦਿੱਤਾ ਸੀ ਤੇ ਮੁਹੰਮਦ ਸ਼ਾਹ ਰੰਗੀਲਾ ਡਰਦਾ ਸੀ ਕਿ ਅਹਿਮਦ ਸ਼ਾਹ ਅਬਦਾਲੀ ਉਹਦੇ ਨੂੰ ਵੀ ਜ਼ਿਆਦਾ ਤਾਕਤ ਵਾਲਾ ਹੈ, ਉਹਦੇ ਨੂੰ ਵੀ ਜ਼ਿਆਦਾ ਬਲੀ ਹੈ ਅਤੇ ਇਹਦੀ ਤਾਕਤ ਨੂੰ ਰੋਕਣਾ ਬੜਾ ਮੁਸ਼ਕਲ ਹੈ ਜੇ ਇਹ ਦਿੱਲੀ ਦੇ ਵਿੱਚ ਵੜ ਗਿਆ। ਇਸ ਕਰਕੇ ਉਹਨੇ ਇਹਨਾਂ 3 ਜਰਨੈਲਾਂ ਦੀ ਅਗਵਾਈ ਵਿੱਚ ਭਾਰੀ ਫੌਜ ਭੇਜੀ ਅਤੇ ਨਾਲ ਸਰਹੱਦ ਦੇ ਨਵਾਬ ਨੂੰ ਹੁਕਮ ਕਰ ਦਿੱਤਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ। ਅਹਿਮਦ ਸ਼ਾਹ ਅਬਦਾਲੀ ਨੂੰ ਬਾਹਰੋਂ ਬਾਹਰ ਇਹ ਰੋਕ ਕੇ ਭਜਾ ਦਿੱਤਾ ਜਾਵੇ। ਭਾਈ ਰਤਨ ਸਿੰਘ ਜੀ ਕਹਿੰਦੇ ਸਾਥ ਸਜਾਦੇ ਅਰ ਫੌਜ ਆਈ। ਇਹਨਾਂ ਤਿੰਨਾਂ ਦੇ ਨਾਲ ਕੁਝ ਪੈਦਲ ਫੌਜ, ਕੁਝ ਘੋੜਸਵਾਰ ਫੌਜ, ਕੁਝ ਅਸਲਾ ਬਰੂਦ ਤੋਪਾਂ ਵਾਲੀ ਫੌਜ, ਉਹ ਵੀ ਜਿਹੜੀ ਫੌਜ ਇਹਨਾਂ ਦੇ ਨਾਲ ਭੇਜੀ ਗਈ। ਸਰਹੱਦ ਲੰਘ ਸੋ ਪੜੇ ਅਗਾਹੀ। ਸਰਹੱਦ ਲੰਘ ਸੋ ਪੜੇ ਅਗਾਹੀ। ਕਮਰਦੀਨ ਜਿਹੜਾ ਵਜ਼ੀਰ ਹੈ, ਜੋ ਦਿੱਲੀ ਦੇ ਬਾਦਸ਼ਾਹ ਦਾ ਖਾਸ ਸਲਾਹਕਾਰ ਹੈ, ਇਹ ਕਮਰਦੀਨ ਬਹੁਤ ਸਿਆਣਾ ਅਤੇ ਬਹੁਤ ਬੁੱਧੀ ਵਾਲਾ ਹੈ। ਇਹਨੇ ਆਪਣੀ ਸਿਆਣਪ ਨਾਲ ਸੋਚਿਆ ਕਿ ਜੇਕਰ ਆਪਾਂ ਸਰਹੱਦ ਤੋਂ ਅੱਗੇ ਜਾ ਕੇ ਅਬਦਾਲੀ ਨੂੰ ਰੋਕੀਏ ਤਾਂ ਸਾਡੀ ਦਿੱਲੀ ਵੀ ਬਚ ਸਕਦੀ ਹੈ ਤੇ ਸਾਡਾ ਸਰਹੱਦ ਵੀ ਬਚ ਸਕਦਾ ਹੈ। ਕਿਉਂਕਿ ਸਰਹੱਦ 52 ਲੱਖ ਦਾ ਖਜ਼ਾਨਾ ਹੈ, ਉੱਥੇ 52 ਲੱਖ ਦੀ ਆਮਦਨ ਹੈ ਉਸ ਸ਼ਹਿਰ ਦੀ, ਜਿਸ ਸਰਹੱਦ ਨੂੰ ਕਈ ਵਾਰੀ ਸਿੱਖਾਂ ਨੇ ਲੁੱਟਿਆ ਹੈ ਤੇ ਕਈ ਵਾਰੀ ਹਰੇਕ ਹਮਲਾਵਰ ਨੇ ਵੀ ਲੁੱਟਿਆ ਹੈ। ਕਿਉਂਕਿ ਦਿੱਲੀ ਨੂੰ ਲੁੱਟ ਲੈਣਾ, ਸਰਹੱਦ ਨੂੰ ਲੁੱਟ ਲੈਣਾ ਇਹ ਇੱਕ ਬਰਾਬਰ ਹੀ ਹੈ। ਉਹਨਾਂ ਦਿਨਾਂ ਦੇ ਵਿੱਚ ਜਿਹੜੀ ਸਰਹੱਦ ਸੀ ਉਹ ਦਿੱਲੀ ਦੀ ਸੱਜੀ ਬਾਹ ਹੋਇਆ ਕਰਦੀ ਸੀ, ਜਿਸ ਕਰਕੇ ਹਮਲਾਵਰ ਦਿੱਲੀ ਨੂੰ ਤੇ ਲੁੱਟਦੇ ਹੀ ਲੁੱਟਦੇ ਸਨ, ਪਰ ਦਿੱਲੀ ਤੋਂ ਪਹਿਲਾਂ ਸਰਹੱਦ ਲੁੱਟਦੇ ਸਨ ਤਾਂ ਜੋ ਦਿੱਲੀ ਦੀ ਸੱਜੀ ਬਾਹ ਨੂੰ ਹਿਲਾਇਆ ਜਾ ਸਕੇ, ਇਹਦੀ ਜਿਹੜੀ ਸੱਜੀ ਬਾਹ ਨੂੰ ਵੱਢਿਆ ਜਾ ਸਕੇ। ਜਿਸ ਕਰਕੇ ਕਮਰਦੀਨ ਨੇ ਸਿਆਣਪ ਲਈ ਕਿ ਆਪਾਂ ਜਿਹੜਾ ਵਾ ਅਬਦਾਲੀ ਨੂੰ ਸਰਹੱਦ ਤੋਂ ਅੱਗੇ ਜਾ ਕੇ ਰੋਕੀਏ ਤਾਂ ਜੋ ਸਰਹੱਦ ਨੂੰ ਵੀ ਲੁੱਟਣ ਤੋਂ ਬਚਾ ਲਿਆ ਜਾਵੇ ਤੇ ਦਿੱਲੀ ਨੂੰ ਵੀ ਲੁੱਟਣ ਤੋਂ ਬਚਾ ਲਿਆ ਜਾਵੇ। ਇਸ ਸਿਆਣਪ ਦੇ ਨਾਲ ਭਾਈ ਰਤਨ ਸਿੰਘ ਜੀ ਕਹਿੰਦੇ ਸਰਹੱਦ ਲੰਘ ਸੋ ਪੜੇ ਅਗਾਹੀ। ਕੁਝ ਸਰਹੱਦ ਦੀ ਫੌਜ ਲਈ, ਕੁਝ ਕਮਰਦੀਨ ਨੇ ਦਿੱਲੀ ਦੀ ਫੌਜ ਲਿਆਂਦੀ ਅਤੇ ਅਬਦਾਲੀ ਨੂੰ ਰੋਕਣ ਵਾਸਤੇ ਸਰਹੱਦ ਤੋਂ ਅੱਗੇ ਲੰਘ ਗਏ। ਸਰਹੱਦ ਪਿਛੇ ਸ਼ਾਹ ਸੁਨੀ ਤਕਾਈ। ਸਰਹੱਦ ਪਿਛੇ ਸ਼ਾਹ ਸੁਨੀ ਤਕਾਈ। ਇਧਰ ਅਹਿਮਦ ਸ਼ਾਹ ਅਬਦਾਲੀ ਜਿਹੜਾ ਆਪਣਾ ਰਾਜ ਸਥਾਪਿਤ ਕਰਨ ਵਾਸਤੇ ਆਇਆ ਹੈ, ਇਹਦੇ ਤੱਕ ਸਾਰੀਆਂ ਗੱਲਾਂ ਪਹੁੰਚ ਰਹੀਆਂ ਹਨ। ਕਿਉਂਕਿ ਹਰੇਕ ਫੌਜ ਦੇ ਵਿੱਚ ਕੋਈ ਨਾ ਕੋਈ ਜਿਹੜਾ ਉਹ ਸੂਫੀਆ ਉਹਨਾਂ ਦਾ ਬੰਦਾ ਹੁੰਦਾ ਹੀ ਹੁੰਦਾ ਹੈ, ਜਿਹੜਾ ਸਾਰੀ ਗੱਲ ਇੱਕ ਦੂਜੇ ਤੱਕ ਪਹੁੰਚਾਉਂਦਾ ਹੈ। ਅਬਦਾਲੀ ਦੇ ਵੀ ਕਈ ਸੂਈਏ ਸਨ
ਜਿਹੜੇ ਮੁਗਲ ਸਰਕਾਰ ਦੇ ਵਿੱਚ ਸਨ। ਜਦੋਂ ਕਮਰਦੀਨ ਨੇ ਇਹ ਗੱਲ ਕੀਤੀ ਕਿ ਸਰਹੱਦ ਤੋਂ ਅੱਗੇ ਜਾ ਕੇ ਰੋਕਣਾ ਹੈ ਤੇ ਇਧਰ ਅਬਦਾਲੀ ਤੱਕ ਸਾਰੀ ਗੱਲ ਪਹੁੰਚਾ ਦਿੱਤੀ ਗਈ ਤੇ ਅਬਦਾਲੀ ਨੂੰ ਵੀ ਪਤਾ ਲੱਗ ਗਿਆ ਕਿ ਇਹ ਜਿਹੜਾ ਕਮਰਦੀਨ ਦੀ ਅਗਵਾਈ ਵਿੱਚ ਫੌਜ ਮੇਰੇ ਨਾਲ ਲੜਨ ਵਾਸਤੇ ਆ ਰਹੀ ਹੈ, ਮੈਨੂੰ ਰੋਕਣ ਵਾਸਤੇ ਆ ਰਹੀ ਹੈ। ਹਾਲਾਂਕਿ ਅਬਦਾਲੀ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਮੇਰੇ ਕੋਲ ਤਾਕਤ ਜ਼ਿਆਦੀ ਹੈ, ਮੇਰੇ ਕੋਲ ਫੌਜ ਜ਼ਿਆਦੀ ਹੈ, ਮੇਰੇ ਕੋਲ ਧਨ ਦੌਲਤ ਜ਼ਿਆਦਾ ਹੈ ਤੇ ਮੇਰੇ ਕੋਲ ਜਿਹੜਾ ਅਸਲਾ ਬਰੂਦ ਵੀ ਤੋਪਾਂ ਵੀ ਜ਼ਿਆਦੀਆਂ ਹਨ। ਪਰ ਫਿਰ ਵੀ ਜਿਹੜਾ ਅਬਦਾਲੀ ਬੜਾ ਚਲਾਕ ਬਿਰਤੀ ਵਾਲਾ ਬੰਦਾ, ਉਹਨੇ ਜਿਹੜੀ ਹੋਰ ਹੀ ਖੇਡ ਰਚ ਦਿੱਤੀ। ਕਮਰਦੀਨ ਨੇ ਆਪਣੀ ਚਾਲ ਚੱਲੀ ਸੀ ਕਿ ਸਰਹੱਦ ਤੋਂ ਅੱਗੇ ਜਾ ਕੇ ਰੋਕਿਆ ਜਾਵੇਗਾ, ਪਰ ਇਧਰ ਅਬਦਾਲੀ ਨੂੰ ਪਤਾ ਲੱਗ ਗਿਆ ਕਿ ਸਰਹੱਦ ਇਸ ਵਕਤ ਸੁੰਨਾ ਪਿਆ ਹੋਇਆ ਹੈ। ਸਰਹੱਦ ਦਾ ਨਵਾਬ ਕਮਰਦੀਨ ਦੇ ਨਾਲ ਰਲ ਕੇ ਮੈਨੂੰ ਰੋਕਣ ਵਾਸਤੇ ਆ ਰਿਹਾ ਹੈ, ਨਾਲ ਫੌਜਾਂ ਆ ਰਹੀਆਂ ਹਨ ਤੇ ਸਰਹੱਦ ਦੇ ਵਿੱਚ ਹੁਣ ਬਹੁਤੀ ਜ਼ਿਆਦੀ ਫੌਜ ਨਹੀਂ ਹੈ, ਜਿਸ ਕਰਕੇ ਅਬਦਾਲੀ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਰਹੱਦ ਇਸ ਵਕਤ ਸੁੰਨਾ ਪਿਆ ਹੋਇਆ ਹੈ। 60 ਕੋਸ ਤੇ ਬੜ ਲਈ ਧਾਈ, 60 ਕੋਸ ਤੇ ਚੜ ਲਈ ਧਾਈ। ਤੇ ਅਬਦਾਲੀ ਉਹਨੇ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਮੁਕਾਬਲਾ ਕਰਨ ਤੋਂ ਪਹਿਲਾਂ ਜਿਹੜਾ ਸਰਹੱਦ ਨੂੰ ਲੁੱਟਣ ਦਾ ਮਨ ਬਣਾਇਆ ਕਿ ਸਭ ਤੋਂ ਪਹਿਲਾਂ ਸਰਹੱਦ ਤੇ ਕਬਜ਼ਾ ਕੀਤਾ ਜਾਵੇ, ਪਰ ਸਿੱਧੇ ਰਾਹ ਤੇ ਉਹ ਕਬਜ਼ਾ ਵੀ ਨਹੀਂ ਸੀ ਕਰ ਸਕਦਾ, ਜਿਸ ਕਰਕੇ ਉਹਨੇ 60 ਕੋਹ ਦਾ ਪੈਂਡਾ ਰੋਪੜ ਥਾਣੀ ਘੁੰਮ ਕੇ ਆ ਕੇ ਜਿਹੜਾ ਵਾ ਉਹ ਸਰਹੱਦ ਦੇ ਉੱਤੇ ਆ ਕੇ ਹਮਲਾ ਕਰ ਦਿੱਤਾ। ਘਾਟ ਔਰ ਤੇ 100 ਲੰਘ ਪਰਿਓ, ਘਾਟ ਔਰ ਤੇ 100 ਲੰਘ ਪਰਿਓ। ਅਬਦਾਲੀ ਨੇ ਜਿੰਨੇ ਵੀ ਰਾਹ ਦੇ ਵਿੱਚ ਔਕੜਾਂ ਆਈਆਂ, ਘਾਟਾ ਆਈਆਂ ਜਾਂ ਕੋਈ ਦਰਿਆ ਆਇਆ, ਉਹ ਸਾਰਾ ਕੁਝ ਲੰਘਦਿਆਂ ਹੋਇਆ ਅਤੇ ਕਮਰਦੀਨ ਤੋਂ ਬਚ ਬਚਾ ਕੇ ਆਪਣੀ ਫੌਜ ਨੂੰ ਲੈ ਕੇ 60 ਕੋਹ ਦਾ ਪੈਂਡਾ ਉੱਤੋਂ ਦੀ ਵਲ ਕੇ ਆ ਕੇ ਉਹਨੇ ਸਰਹੱਦ ਉੱਤੇ ਕਬਜ਼ਾ ਕਰ ਲਿਆ। ਡੇਰੋ ਸਰਹੱਦ ਡਿਗੇ ਆਏ ਕਰਿਓ, ਡੇਰੋ ਸਰਹੱਦ ਡਿਗੇ ਆਏ ਕਰਿਓ। ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰੀਕੇ ਨਾਲ ਜਿਹੜਾ ਸਰਹੱਦ ਸੁੰਨਾ ਪਿਆ ਹੋਇਆ ਸੀ, ਉਸ ਸੁੰਨੇ ਸਰਹੱਦ ਦਾ ਮਾਲਕ ਅਹਿਮਦ ਸ਼ਾਹ ਅਬਦਾਲੀ ਬਿਨਾਂ ਲੜਾਈ ਤੋਂ ਹੀ ਬਣ ਗਿਆ। ਸਰਹੱਦ ਦੌੜ ਤਿਨ ਜਾ ਮੱਲੀ, ਮਦ ਲਿਓ ਖਜ਼ਾਨੋ ਲੂਟ, ਸਰਹੱਦ ਦੌੜ ਤਿਨ ਜਾ ਮੱਲੀ, ਮਦ ਲਿਓ ਖਜ਼ਾਨੋ ਲੂਟ। ਅਹਿਮਦ ਸ਼ਾਹ ਅਬਦਾਲੀ ਨੇ 52 ਲੱਖ ਦੀ ਜਿਹੜੀ ਸਰਹੱਦ ਦੀ ਕਮਾਈ ਸੀ ਉੱਤੇ ਜਾ ਕੇ ਕਬਜ਼ਾ ਕਰ ਲਿਆ, ਉਹਨੂੰ ਖਜ਼ਾਨੇ ਨੂੰ ਵੀ ਲੁੱਟ ਲਿਆ ਅਤੇ ਸਰਹੱਦ ਦੇ ਵਿੱਚ ਵੀ ਜਾ ਕੇ ਇਹਨੇ ਪੂਰੀ ਲੁੱਟ ਮਚਾ ਦਿੱਤੀ। ਤਹਾਂ ਥਾਏ ਸੀ ਫਿਰ ਲੜੀ ਦਿਨ ਬਾਈ ਔਰ ਲੂਟ, ਤਹਾਂ ਥਾਏ ਸੀ ਫਿਰ ਲੜੀ ਦਿਨ ਬਾਈ ਜੋ ਲੁੱਟ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਫਿਰ ਜਿਹੜਾ ਅਹਿਮਦ ਸ਼ਾਹ ਅਬਦਾਲੀ ਨੇ ਜੋੜ ਤੋਂ ਭਾਵ ਹੈ ਕਿ ਜੁੱਟ ਕੇ ਭਾਵ ਕਿ ਯੁੱਧ, ਇਹਨਾਂ ਫਿਰ ਜਿਹੜਾ ਵਾ ਕਮਰਦੀਨ ਦੇ ਨਾਲ ਫਿਰ ਸਰਹੱਦ ਦੇ ਵਿੱਚ ਯੁੱਧ ਲੜਿਆ, ਕਿਉਂਕਿ ਸਰਹੱਦ ਦੇ ਉੱਤੇ ਹੁਣ ਅਬਦਾਲੀ ਦਾ ਕਬਜ਼ਾ ਹੈ ਤੇ ਇਧਰ ਜਿਹੜਾ ਕਮਰਦੀਨ ਸੀ ਉਹਨੇ ਆਪਣੀ ਚਾਲ ਹੋਰ ਚੱਲੀ ਸੀ, ਪਰ ਉਹਦੀ ਚਾਲ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਫੇਲ ਕਰ ਦਿੱਤਾ। ਤੇ ਜਦੋਂ ਕਮਰਦੀਨ ਨੂੰ ਪਤਾ ਲੱਗਾ ਕਿ ਸਰਹੱਦ ਜਿਹੜਾ ਦਿੱਲੀ ਦੇ ਸਰਹੱਦ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਕਾਬਜ ਹੋ ਗਿਆ ਹੈ ਤੇ ਫਿਰ ਸਰਹੱਦ ਨੂੰ ਛਡਾਉਣ ਵਾਸਤੇ ਇਹ ਕਮਰਦੀਨ ਨੇ ਆਪਣੀਆਂ ਫੌਜਾਂ ਦਾ ਮੁੱਖ ਸਰਹੱਦ ਵੱਲ ਨੂੰ ਕਰ ਦਿੱਤਾ ਤੇ ਫਿਰ ਸਰਹੱਦ ਦੇ ਉੱਤੇ ਆ ਕੇ ਇਹਨਾਂ ਦੋਵਾਂ ਦੇ ਵਿੱਚ ਜੰਗ ਮਚਿਆ। ਸਰਹੱਦ ਤੋਪ ਹੁੰਦੀ ਜੋ ਰਹੀ, ਸਰਹੱਦ ਤੋਪ ਹੁੰਦੀ ਸੋ ਰਹੀ। ਹੁੰਦੀ ਤੋਂ ਭਾਵ ਹੈ ਕਿ ਕਬਜ਼ੇ ਦੇ ਵਿੱਚ ਕਰ ਲਈਆਂ। ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਸਰਹੱਦ ਦੇ ਉੱਤੇ ਕਬਜ਼ਾ ਕੀਤਾ ਤੇ ਜਿਹੜੀਆਂ ਤੋਪਾਂ ਅਸਲਾ ਬਰੂਦ ਜੋ ਕੁਝ ਉੱਥੇ ਪਿਆ ਹੋਇਆ ਸੀ ਉਹ ਸਾਰੇ ਦਾ ਸਾਰਾ ਕੁਝ ਅਹਿਮਦ ਸ਼ਾਹ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਅਹਿਮਦ ਸ਼ਾਹ ਕਰੀ ਸੋ ਸਹੀ, ਅਹਿਮਦ ਸ਼ਾਹ ਕਰੇ ਸੋ ਸਹੀ। ਤੇ ਜਿਹੜੀਆਂ ਤੋਪਾਂ ਵਿਗੜੀਆਂ ਹੋਈਆਂ ਸਨ ਅਹਿਮਦ ਸ਼ਾਹ ਅਬਦਾਲੀ ਨੇ ਉਹ ਵੀ ਤੋਪਾਂ ਜਿਹੜੀਆਂ ਠੀਕ ਕਰਵਾ ਲਈਆਂ ਤਾਂ ਜੋ ਇਸ ਜੰਗ ਦੇ ਵਿੱਚ, ਇਸ ਯੁੱਧ ਦੇ ਵਿੱਚ ਉਹਨਾਂ ਤੋਪਾਂ ਦੀ ਵਰਤੋਂ ਕੀਤੀ ਜਾ ਸਕੇ ਅਤੇ ਮੇਰਾ ਜਿਹੜਾ ਅਸਲਾ ਬਰੂਦ ਜੋ ਮੈਂ ਕਾਬਲ ਤੋਂ ਲੈ ਕੇ ਆਇਆ ਹਾਂ
ਉਹ ਜਿਹੜਾ ਵਰਤਿਆ ਨਾ ਜਾਵੇ ਤੇ ਸਰਹੱਦ ਦਾ ਹੀ ਅਸਲਾ ਬਰੂਦ ਲੈ ਕੇ ਸਰਹੱਦ ਦੀਆਂ ਫੌਜਾਂ ਉੱਤੇ ਅਤੇ ਦਿੱਲੀ ਦੀਆਂ ਫੌਜਾਂ ਉੱਤੇ ਵਰਤ ਕੇ ਇਹਨਾਂ ਦੇ ਬਰੂਦ ਦੇ ਨਾਲ, ਇਹਨਾਂ ਦੇ ਅਸਲਾ ਬਰੂਦ ਦੇ ਨਾਲ ਇਹਨਾਂ ਦਾ ਨੁਕਸਾਨ ਕਰਕੇ ਇਹਨਾਂ ਨੇ ਮਾਤ ਦਿੱਤੀ ਜਾ ਸਕੇ, ਜਿਸ ਕਰਕੇ ਉਹਨੇ ਵਿਗੜੀਆਂ ਹੋਈਆਂ ਤੋਪਾਂ ਵੀ ਬਣਵਾ ਲਈਆਂ। ਕਰਕੇ ਇਕੱਠੀ ਦਈ ਚਲਾਈ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਇਹਦੇ ਫਿਰ ਫੌਜਾਂ ਇਕੱਠੀਆਂ ਕਰਕੇ ਤੋਪਾਂ ਨੂੰ ਬੀੜ ਕੇ ਅਤੇ ਕਮਰਦੀਨ ਦੀਆਂ ਫੌਜਾਂ ਵੱਲ ਚਲਾ ਦਿੱਤੀਆਂ। ਮੋਇਓ ਕਮਰਦੀਨ ਗੋਲਾ ਖਾਈ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਗੋਲੇ ਚਲਵਾਏ, ਤੋਪਾਂ ਚਲਵਾਈਆਂ ਤੇ ਕਮਰਦੀਨ ਜਿਹੜਾ ਅੱਗੇ ਰੋਕਣ ਵਾਸਤੇ ਆਇਆ ਹੈ। ਹੁਣ ਜਿਹੜਾ ਅਹਿਮਦ ਸ਼ਾਹ ਅਬਦਾਲੀ ਉਹ ਇੱਕ ਕਿਲੇ ਵਿੱਚ ਹੈ, ਭਾਵ ਕਿ ਇੱਕ ਸੇਫ ਜਗ੍ਹਾ ਤੇ ਹੈ, ਪਰ ਜਿਹੜਾ ਕਮਰਦੀਨ ਉਹ ਰਣੇ ਮੈਦਾਨ ਦੇ ਵਿੱਚ ਹੈ, ਉਹਦੇ ਕੋਲ ਕੋਈ ਵੀ ਸੇਫਟੀ ਨਹੀਂ ਹੈ। ਜਿਸ ਕਰਕੇ ਜਦੋਂ ਤੋਪਾਂ ਦੇ ਗੋਲੇ ਚੱਲੇ ਤੇ ਇੱਕ ਤੋਪ ਦਾ ਗੋਲਾ ਉਹ ਕਮਰਦੀਨ ਦੇ ਆ ਕੇ ਵੱਜਾ। ਤਿਸ ਕੋ ਸੁਤ ਮੀਰ ਮਨੂ ਸਿਆਣਾ। ਉਹ ਤੋਪਾਂ ਵੱਜਣ ਦੇ ਕਾਰਨ ਕਮਰਦੀਨ ਦੀ ਮੌਤ ਹੋ ਗਈ ਹੈ, ਭਾਵ ਕਿ ਜਿਹੜਾ ਮੇਨ ਇਹਨਾਂ ਦਾ ਜਰਨੈਲ ਸੀ, ਜਿਹਦੀ ਅਗਵਾਈ ਵਿੱਚ ਸਾਰੀ ਫੌਜ ਆਈ ਹੈ, ਉਹ ਕਮਰਦੀਨ ਮਰ ਚੁੱਕਿਆ ਹੈ। ਤੇ ਕਮਰਦੀਨ ਦਾ ਅੱਗੇ ਇੱਕ ਪੁੱਤਰ ਹੈ ਜਿਹਨੂੰ ਮੀਰ ਮਨੂ ਕਿਹਾ ਜਾਂਦਾ ਹੈ। ਤੇ ਮੀਰ ਮਨੂ ਇਹ ਵੀ ਬਹੁਤ ਵੱਡਾ ਯੋਧਾ ਵੀ ਹੈ ਤੇ ਬੜੀ ਸਿਆਣਪ ਵਾਲਾ ਹੈ ਤੇ ਬੜੀ ਬੁੱਧੀ ਵਾਲਾ ਹੈ। ਇਹਨੇ ਉੱਥੇ ਜੰਗ ਦੇ ਮੈਦਾਨ ਵਿੱਚ ਆਪਣੀ ਬੁੱਧੀ ਦੀ ਵਰਤੋਂ ਕੀਤੀ, ਕਿਉਂਕਿ ਇਹਨੂੰ ਪਤਾ ਲੱਗ ਚੁੱਕਿਆ ਸੀ ਕਿ ਮੇਰਾ ਪਿਓ ਮਰ ਚੁੱਕਿਆ ਹੈ, ਪਰ ਇਹਨੇ ਆਪਣੇ ਪਿਓ ਦੀ ਮੌਤ ਦਾ ਅਫਸੋਸ ਨਹੀਂ ਇਹਨੇ ਬਾਹਰ ਨਿਕਲ ਦਿੱਤਾ, ਕਿਉਂਕਿ ਇਹਨੂੰ ਪਤਾ ਸੀ ਕਿ ਜੇ ਇਸ ਗੱਲ ਨੂੰ ਬਾਹਰ ਫੌਜਾਂ ਤੱਕ ਪਤਾ ਲੱਗ ਗਿਆ ਕਿ ਕਮਰਦੀਨ ਮਰ ਚੁੱਕਿਆ ਹੈ ਤੇ ਫੌਜਾਂ ਨੇ ਮੈਦਾਨ ਛੱਡ ਕੇ ਭੱਜ ਜਾਣਾ ਹੈ, ਕਿਉਂਕਿ ਬਿਨਾਂ ਜਰਨੈਲ ਤੋਂ ਫੌਜਾਂ ਜਿਹੜੀਆਂ ਉਹ ਮੈਦਾਨ ਛੱਡ ਕੇ ਭੱਜ ਜਾਂਦੀਆਂ ਸਨ। ਕਮਰਦੀਨ ਨੇ ਉੱਥੇ ਇੱਕ ਸਕੀਮ ਵਰਤੀ, ਆਪਣੇ ਪਿਓ ਦੀ ਮੌਤ ਦੀ ਖਬਰ ਜਿਹੜੀ ਇਹਨੇ ਬਾਹਰ ਨਾ ਆਉਣ ਦਿੱਤੀ। ਮੁਇਓ ਕ ਵਜ਼ੀਰ ਨਾ ਕਿਨਹੂ ਜਾਣਾ। ਮਰਿਆ ਹੋਇਆ ਜੋ ਵਜ਼ੀਰ ਕਮਰਦੀਨ ਹੈ, ਉਹਨੂੰ ਕਿਸੇ ਨੇ ਵੀ ਜਾਣਿਆ ਨਹੀਂ ਕਿ ਉਹ ਮਰ ਚੁੱਕਿਆ ਹੈ। ਤੁਰੰਤ ਲੜਾਈ ਦਈ ਮਚਾਏ। ਤੇ ਮੀਰ ਮਨੂ ਨੇ ਸਗੋਂ ਏਦਾਂ ਸਾਬਤ ਕਰ ਦਿੱਤਾ ਜਿੱਦਾਂ ਸਿਰਫ ਜ਼ਖਮੀ ਹੀ ਹੋਇਆ ਹੈ, ਹਾਲਾਂਕਿ ਉਹ ਮਰ ਚੁੱਕਿਆ ਸੀ। ਪਰ ਮੀਰ ਮਨੂ ਦੀ ਸਿਆਣਪ ਦੇ ਨਾਲ ਉਹ ਫੌਜਾਂ ਦੇ ਵਿੱਚ ਜਿਹੜੇ ਹੌਸਲੇ ਬੁਲੰਦ ਰਹੇ, ਫੌਜਾਂ ਦੇ ਹੌਸਲੇ ਟੁੱਟੇ ਨਹੀਂ, ਜਿਸ ਕਰਕੇ ਮੀਰ ਮਨੂ ਦੀ ਸਿਆਣਪ ਦੇ ਨਾਲ ਦੋਵਾਂ ਧਿਰਾਂ ਦੇ ਵਿੱਚ ਲੜਾਈ ਜਾਰੀ ਰਹੀ। ਧਰਿਓ ਵਜ਼ੀਰ ਸੋ ਹਾਥੀ ਪਾਏ। ਭਾਈ ਰਤਨ ਸਿੰਘ ਜੀ ਕਹਿੰਦੇ ਕਮਰਦੀਨ ਜੋ ਵਜ਼ੀਰ ਸੀ, ਮੀਰ ਮਨੂ ਨੇ ਇੱਕ ਹਾਥੀ ਦੇ ਉੱਤੇ ਬਿਠਾ ਦਿੱਤਾ ਤੇ ਉਹਨੂੰ ਬਿਠਾਇਆ ਇਸ ਢੰਗ ਤਰੀਕੇ ਦੇ ਨਾਲ ਕਿ ਫੌਜਾਂ ਨੂੰ ਲੱਗੇ ਕਿ ਸਾਡਾ ਜਿਹੜਾ ਵਜ਼ੀਰ ਹੈ, ਸਾਡਾ ਜਿਹੜਾ ਆਗੂ ਹੈ, ਉਹ ਬਿਲਕੁਲ ਸਹੀ ਸਲਾਮਤ ਹੈ। ਖਵਾਸੀ ਐਸੀ ਬਿਦ ਬਨ ਆਈ। ਭਾਈ ਰਤਨ ਸਿੰਘ ਜੀ ਕਹਿੰਦੇ ਉੱਥੇ ਕੁਦਰਤ ਨੇ ਇੱਕ ਵਿਧੀ ਚਲਾ ਦਿੱਤੀ, ਉੱਥੇ ਇੱਕ ਪ੍ਰਮਾਤਮਾ ਦੀ ਖੇਡ, ਇੱਕ ਕੌਤਕ ਉੱਥੇ ਵਰਤ ਗਿਆ। ਕੁੰਨਸ ਲੇਵੈ ਹੱਥੇ ਹਲਾਈ। ਭਾਈ ਰਤਨ ਸਿੰਘ ਜੀ ਕਹਿੰਦੇ ਮੀਰ ਮਨੂ ਨੇ ਹਾਥੀ ਦੇ ਉੱਤੇ ਇਸ ਢੰਗ ਤਰੀਕੇ ਨਾਲ ਬਿਠਾਇਆ ਹੋਇਆ ਸੀ ਕਿ ਫੌਜਾਂ ਨੂੰ ਲੱਗੇ ਸਾਡਾ ਵਜ਼ੀਰ ਜਿੰਦਾ ਹੈ, ਤੇ ਉਹਦਾ ਹੱਥ ਜਿਹੜਾ ਤਾਹ ਨੂੰ ਕੀਤਾ ਹੋਇਆ ਸੀ। ਤੇ ਜਦੋਂ ਕੁਦਰਤ ਨੇ ਉੱਥੇ ਖੇਡ ਵਰਤਾਈ, ਉਸ ਕਮਰਦੀਨ ਦਾ ਹੱਥ ਜਿਹੜਾ ਹਵਾ ਦੇ ਨਾਲ ਹਿੱਲ ਗਿਆ, ਜਿਸ ਨਾਲ ਫੌਜਾਂ ਨੂੰ ਯਕੀਨ ਹੋ ਗਿਆ ਕਿ ਸਾਡਾ ਜਿਹੜਾ ਵਜ਼ੀਰ ਹੈ ਉਹ ਬਿਲਕੁਲ ਸਹੀ ਸਲਾਮਤ ਹੈ, ਉਹਨੂੰ ਕੋਈ ਨੁਕਸਾਨ ਨਹੀਂ ਹੋਇਆ, ਹਾਂ ਜ਼ਖਮੀ ਹੋਇਆ ਹੈ, ਹਜੇ ਜਿੰਦਾ ਹੈ, ਹਜੇ ਮਰਿਆ ਹੋਇਆ ਨਹੀਂ। ਇਹ ਜਿਹੜੀ ਉੱਤੇ ਖੇਡ ਕੁਦਰਤ ਨੇ ਵੀ ਵਰਤਾ ਦਿੱਤੀ। ਸਭ ਫੌਜਨ ਮਨ ਉਪਜਿਓ ਚਾਏ। ਤੇ ਸਾਰੀਆਂ ਫੌਜਾਂ ਦੇ ਵਿੱਚ ਇਹ ਚਾਹ ਉਪਜ ਗਿਆ, ਇਹ ਚਾਹ ਆ ਗਿਆ ਕਿ ਸਾਡਾ ਜਰਨੈਲ ਹਜੇ ਬਿਲਕੁਲ ਸਹੀ ਸਲਾਮਤ ਹੈ। ਗਿਲਜੇ ਕੀ ਦੇ ਫੌਜ ਭਜਾਏ। ਤੇ ਇਧਰ ਅਹਿਮਦ ਸ਼ਾਹ ਅਬਦਾਲੀ, ਜਿਹਨੂੰ ਗਿਲਜਾ ਕਿਹਾ ਜਾਂਦਾ ਹੈ, ਇਹਨੂੰ ਆਪਣੀ ਤਾਕਤ ਦਾ ਬੜਾ ਮਾਣ ਸੀ, ਇਹਨੂੰ ਆਪਣੀਆਂ ਫੌਜਾਂ ਦਾ ਬੜਾ ਮਾਣ ਸੀ, ਤੇ ਇਹਨੂੰ ਸਰਹੱਦ ਦੇ ਉੱਤੇ ਕੀਤੇ ਹੋਏ ਕਬਜ਼ੇ ਦਾ ਵੀ ਬੜਾ ਮਾਣ ਸੀ। ਪਰ ਮੀਰ ਮਨੂ ਜਿਹੜਾ ਬਹੁਤ ਬੜੀ ਸੀ ਅਤੇ ਬਹੁਤ ਵੱਡਾ ਯੋਧਾ ਸੀ, ਉਹਦੀ ਸਿਆਣਪ ਦੇ ਨਾਲ ਫੌਜਾਂ ਨੇ ਅਜਿਹੀ ਹਿੰਮਤ ਵਿਖਾਈ ਕਿ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਲੀ ਤੇ ਬੜੀ ਦੂਰ ਦੀ ਗੱਲ
ਸਰਹੰਦ ਦੇ ਵਿੱਚੋਂ ਅੱਗੇ ਲਾ ਕੇ ਭਜਾ ਦਿੱਤਾ ਗਿਆ। ਗਿਲਜੇ ਕੀ ਦੇ ਫੌਜ ਭਜਾਏ ਇਸ ਅਹਿਮਦ ਸ਼ਾਹ ਅਬਦਾਲੀ ਦੇ ਮੀਰ ਮੰਨੂ ਦੀ ਸਿਆਣਪ ਦੇ ਨਾਲ ਸਰਹੰਦ ਦੇ ਵਿੱਚੋਂ ਫੌਜ ਨੂੰ ਭਜਾ ਦਿੱਤਾ ਅਤੇ ਸਰਹੰਦ ਨੂੰ ਵੀ ਬਚਾ ਲਿਆ, ਦਿੱਲੀ ਨੂੰ ਵੀ ਬਚਾ ਲਿਆ। ਤੇ ਅਹਿਮਦ ਸ਼ਾਹ ਅਬਦਾਲੀ ਜਿਹੜਾ ਏਸ਼ੀਆ ਦਾ ਬਾਦਸ਼ਾਹ, ਜਿਹੜਾ ਮੰਨਦਾ ਸੀ ਕਿ ਮੈਨੂੰ ਹਰਾਉਣ ਵਾਲਾ ਕੋਈ ਨਹੀਂ ਜੰਮਿਆ, ਉਹਨੂੰ ਜਿਹੜਾ ਮੀਰ ਮੰਨੂ ਨੇ ਆਪਣੀ ਸਿਆਣਪ ਦੇ ਨਾਲ 1747 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਸਰਹੰਦ ਦੇ ਵਿੱਚ ਹਰਾ ਕੇ ਭਜਾ ਦਿੱਤਾ। ਫਤਿਹ ਭਈ ਤਬ ਹਿੰਦ ਕੀ ਕੀਓ ਕਾਬਲੀ ਕੂਚ। ਫਤਿਹ ਭਈ ਤਬ ਹਿੰਦ ਕੀ ਕੀਓ ਕਾਬਲੀ ਕੂਚ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਜਿਹੜਾ ਹਿੰਦ ਦਾ ਬਾਦਸ਼ਾਹ ਹੈ ਮੁਹੰਮਦ ਸ਼ਾਹ ਰੰਗੀਲਾ, ਉਹਦੀ ਜਿਹੜੀ ਫਤਿਹ ਹੋਈ ਅਤੇ ਕਾਬਲੀ ਦੇ ਬਾਦਸ਼ਾਹ ਦੀ ਅਹਿਮਦ ਸ਼ਾਹ ਅਬਦਾਲੀ ਦੀ ਹਾਰ ਹੋਈ, ਜਿਸ ਕਰਕੇ ਉਹ ਹਾਰ ਦਾ ਸਾਹਮਣਾ ਕਰਕੇ ਪਿੱਠ ਵਿਖਾ ਕੇ ਭੱਜ ਗਿਆ। ਅੱਛਾ ਮੀਰ ਮੰਨੂ ਲਗੋ ਗਇਓ ਲਾਹੌਰ ਹੈ ਮੂਚ। ਪਾਸ਼ੇ ਮੀਰ ਮੰਨੂ ਲਗਿਓ ਗਇਓ ਲਾਹੌਰ ਹੈ ਮੂਚ। ਭਾਈ ਰਤਨ ਸਿੰਘ ਜੀ ਕਹਿੰਦੇ ਬਸ ਇੱਥੇ ਹੀ ਨਹੀਂ, ਮੀਰ ਮੰਨੂ ਨੂੰ ਪਤਾ ਸੀ ਕਿ ਲਾਹੌਰ ਤੇ ਕਬਜ਼ਾ ਜਿਹੜਾ ਉਹ ਅਹਿਮਦ ਸ਼ਾਹ ਅਬਦਾਲੀ ਦਾ ਹੈ, ਤੇ ਅਹਿਮਦ ਸ਼ਾਹ ਅਬਦਾਲੀ ਛੇਤੀ ਕੀਤਿਆਂ ਜਿਹੜਾ ਵਾਪਸ ਮੁੜਨ ਵਾਲਾ ਨਹੀਂ, ਉਹ ਜ਼ਰੂਰ ਵਾਪਸ ਆਵੇਗਾ। ਤੇ ਮੀਰ ਮੰਨੂ ਨੇ ਇੱਕ ਹੋਰ ਖੇਡ ਰਚੀ ਹੈ, ਉਹਨੇ ਜਿਹੜਾ ਫਿਰ ਲਾਹੌਰ ਨੂੰ ਵੀ ਛਡਾਉਣ ਦਾ ਮਨ ਬਣਾਇਆ, ਕਿਉਂਕਿ ਫੌਜਾਂ ਵਿੱਚ ਹਿੰਮਤ ਸੀ, ਫੌਜਾਂ ਜਿਹੜੀਆਂ ਜੋਸ਼ ਵਿੱਚ ਸਨ ਕਿ ਜੇ ਅਸੀਂ ਇੱਥੋਂ ਭਜਾ ਸਕਦੇ ਹਾਂ ਤਾਂ ਅਸੀਂ ਲਾਹੌਰ ਦੇ ਵਿੱਚੋਂ ਵੀ ਅਹਿਮਦ ਸ਼ਾਹ ਅਬਦਾਲੀ ਨੂੰ ਭਜਾ ਸਕਦੇ ਹਾਂ। ਮੀਰ ਮੰਨੂ ਦੀ ਪ੍ਰੇਰਣਾ ਦੇ ਨਾਲ ਉਹ ਸਾਰੀ ਫੌਜ ਅਹਿਮਦ ਸ਼ਾਹ ਅਬਦਾਲੀ ਦਾ ਉਹਨਾਂ ਪਿੱਛਾ ਕੀਤਾ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਲਾਹੌਰ ਦੇ ਵਿੱਚੋਂ ਵੀ ਉਹ ਬਾਹਰ ਕੱਢ ਦਿੱਤਾ, ਜਿਹਦੇ ਕਰਕੇ ਮਜਬੂਰਵਸ਼ ਅਹਿਮਦ ਸ਼ਾਹ ਅਬਦਾਲੀ ਨੂੰ ਆਪਣੇ ਦੇਸ਼ ਕਾਬਲ ਨੂੰ ਜਾਣਾ ਪਿਆ। ਤਬ ਲਾਹੌਰ ਆਏ ਮੰਨੂ ਬੜਿਓ। ਤਬ ਲਾਹੌਰ ਆਏ ਮੰਨੂ ਬੜਿਓ। ਭਾਈ ਰਤਨ ਸਿੰਘ ਜੀ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਹਾਰ ਖਾ ਕੇ ਆਪਣੇ ਦੇਸ਼ ਨੂੰ ਮੁੜ ਗਿਆ ਤੇ ਲਾਹੌਰ ਦਾ ਕਾਬਜ ਮੀਰ ਮੰਨੂ ਬਣ ਗਿਆ ਅਤੇ ਲਾਹੌਰ ਤੇ ਜਿਹੜਾ ਨਵਾਬ ਹੈ ਉਹ ਇਸ ਵਕਤ ਹੁਣ ਮੀਰ ਮੰਨੂ ਬੈਠ ਗਿਆ। ਤਬ ਹੀ ਲੱਖੂ ਉਸਨੇ ਫੜਿਓ। ਤਬ ਹੀ ਲੱਖੂ ਉਸਨੇ ਫੜਿਓ। ਭਾਈ ਰਤਨ ਸਿੰਘ ਜੀ ਕਹਿੰਦੇ ਮੀਰ ਮੰਨੂ ਉਹਨੇ ਫਿਰ ਲਖਪਤ ਰਾਏ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ, ਕਿਉਂਕਿ ਆਪਾਂ ਥੋੜੀ ਜੀ ਪਿੱਛੇ ਸੁਰਤ ਨੂੰ ਖੜੀਏ, ਆਪਾਂ ਇਹ ਪ੍ਰਸੰਗ ਵਾਚ ਰਹੇ ਹਾਂ ਕਿ ਇਹ ਪ੍ਰਮਾਤਮਾ ਨੇ ਇੱਕ ਵਿਧੀ ਰਚੀ ਹੈ ਇਹ ਲਖਪਤ ਰਾਏ ਦੀ ਮੌਤ ਦੀ, ਤੇ ਲਖਪਤ ਰਾਏ ਨੇ ਆਪਣੀ ਮੌਤ ਦਾ ਬਚਾਅ ਅਹਿਮਦ ਸ਼ਾਹ ਅਬਦਾਲੀ ਨਾਲ ਗੱਠ-ਮਿੱਠ ਕਰਕੇ ਬਚਾਇਆ ਹੈ। ਪਰ ਪ੍ਰਮਾਤਮਾ ਨੇ ਇਹ ਲਖਪਤ ਰਾਏ ਦੀ ਮੌਤ ਉਹ ਜਿਹੜੀ ਅਹਿਮਦ ਸ਼ਾਹ ਅਬਦਾਲੀ ਦੇ ਹੱਥ ਨਹੀਂ, ਉਹਦੇ ਵਾਸਤੇ ਜਿਹੜਾ ਮੀਰ ਮੰਨੂ ਨੂੰ ਚੁਣਿਆ ਹੋਇਆ ਹੈ, ਤੇ ਮੀਰ ਮੰਨੂ ਦੇ ਜਿਹੜਾ ਰਾਈ ਉਹ ਮੌਤ ਜਿਹੜੀ ਲਖਪਤ ਰਾਏ ਤੱਕ ਪਹੁੰਚਦੀ ਹੈ ਸਿੱਖਾਂ ਦੇ ਕੋਲ, ਪਾ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਭਜਾਇਆ ਗਿਆ ਅਤੇ ਲਾਹੌਰ ਤੇ ਕਾਬਜ ਹੋਇਆ ਮੀਰ ਮੰਨੂ। ਮੀਰ ਮੰਨੂ ਨੇ ਗ੍ਰਿਫਤਾਰ ਕੀਤਾ ਲਖਪਤ ਰਾਏ ਨੂੰ ਅਤੇ ਲਖਪਤ ਰਾਏ ਨੂੰ ਗ੍ਰਿਫਤਾਰ ਕਰਕੇ ਮੀਰ ਮੰਨੂ ਦੇ ਸਾਹਮਣੇ ਪੇਸ਼ ਕੀਤਾ ਗਿਆ। 30 ਲੱਖ ਟਕਾ ਡੰਡ ਤਹਿ ਚੁਕੇ। 30 ਲੱਖ ਟਕਾ ਡੰਡ ਦੇ ਚੁਕੇ। ਭਾਈ ਰਤਨ ਸਿੰਘ ਜੀ ਕਹਿੰਦੇ ਮੀਰ ਮੰਨੂ ਨੇ ਦਰਬਾਰ ਸਜਾਇਆ। ਲਾਹੌਰ ਦਰਬਾਰ ਦੇ ਵਿੱਚ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਹੈ ਲਖਪਤ ਰਾਏ, ਤੇ ਲਖਪਤ ਰਾਏ ਉਹ ਲਖਪਤ ਰਾਏ ਜਿਹਨੂੰ ਆਪਣੀ ਚਤੁਰਾਈ ਤੇ ਬੜਾ ਮਾਣ ਸੀ, ਜਿਹੜਾ ਆਪਣੇ ਆਪ ਨੂੰ ਬਹੁਤ ਚਾਤੁਰ ਸਮਝਦਾ ਸੀ ਕਿ ਮੇਰੇ ਵਰਗੀ ਚਤੁਰਾਈ ਕੋਈ ਨਹੀਂ ਮਾਰ ਸਕਦਾ। ਭਾਈ ਰਤਨ ਸਿੰਘ ਜੀ ਕਹਿੰਦੇ ਅੱਜ ਉਹ ਚਤੁਰਾਈ ਵਾਲਾ ਬੰਦਾ ਜਿਨੇ 1 ਲੱਖ ਜਿਨੇ 10,000 ਸਿੱਖਾਂ ਦੇ ਉੱਤੇ ਜਿਹੜਾ ਘੱਲੂ ਘਾਰਾ ਕੀਤਾ ਹੈ, ਜਿਨੇ ਸਿੱਖਾਂ ਦਾ ਘਾਣ ਕੀਤਾ ਸੀ, ਉਹਨੂੰ ਗ੍ਰਿਫਤਾਰ ਕਰਕੇ ਮੀਰ ਮੰਨੂ ਨੇ 30 ਲੱਖ ਟਕਾ ਜਿਹੜਾ ਇਹਨੂੰ ਸਜ਼ਾ ਲਾਈ ਹੈ। ਮੀਰ ਮੰਨੂ ਕਹਿੰਦਾ ਲਖਪਤ ਰਾਏ ਤੂੰ ਲਾਹੌਰ ਦੇ ਨਵਾਬ ਦਾ ਖਾਸ ਵਜ਼ੀਰ ਆ, ਤੇ ਜੇ ਤੂੰ ਚਾਹੁੰਦਾ ਕਿ ਤੇਰੀ ਜਾਨ ਬਖਸ਼ੀ ਜਾਵੇ ਉਹਦੇ ਵਾਸਤੇ ਤੈਨੂੰ ਜਿਹੜਾ 30 ਲੱਖ ਟਕਾ ਜਿਹੜਾ ਉਹ ਭਰਨਾ ਪਵੇਗਾ। ਜੇ 30 ਲੱਖ ਟਕਾ ਤੂੰ ਭਰ ਦੇਵੇਗਾ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ, ਵਰਨਾ ਤੈਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਸਾੜਿਆ ਜਾਵੇਗਾ। 20 ਭਰਿਓ ਅਨ ਔਰ ਨ ਮੁਕੇ। 20 ਭਰਿਓ ਅਨ ਔਰ ਨ ਮੁਕੇ। ਭਾਈ ਰਤਨ ਸਿੰਘ ਜੀ ਕਹਿੰਦੇ ਇਸ ਲਖਪਤ ਰਾਏ ਦੇ ਕੋਲ ਉਸ ਵਕਤ 20 ਲੱਖ ਟਕਾ ਸੀ, ਜਿਹੜਾ ਇਹਨੇ 20 ਲੱਖ ਟਕਾ ਮੀਰ ਮੰਨੂ ਨੂੰ ਦੇ ਦਿੱਤਾ।
10 ਲੱਖ ਟਕਾ ਇਹ ਨਾ ਦੇ ਸਕਿਆ ਤੇ ਕਹਿਣ ਲੱਗਾ ਮੇਰੇ ਤੋਂ ਪੈਸਾ ਮੁੱਕ ਚੁੱਕਿਆ ਹੈ, ਮੈਨੂੰ ਸਮਾਂ ਦਿੱਤਾ ਜਾਵੇ, ਮੈਂ ਉਸ ਸਮੇਂ ਦੇ ਵਿੱਚ ਪੈਸਾ ਇਕੱਠਾ ਕਰਕੇ ਦੇ ਦੇਵਾਂਗਾ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤੇ ਅੱਜ ਵੀ ਇਸ ਗੱਲ ਨੂੰ ਚੇਤੇ ਰੱਖ ਲੈਣਾ ਚਾਹੀਦਾ ਹੈ ਕਿ ਜਿਹੜਾ ਖਾਸ ਕਰਕੇ ਰਾਜਾ ਹੁੰਦਾ ਹੈ ਤੇ ਰਾਜੇ ਦੇ ਥੱਲੇ ਜਿਹੜਾ ਵਜ਼ੀਰ ਹੁੰਦਾ ਹੈ, ਓਨੀ ਸੰਪਤੀ ਓਨੀ ਧਨ ਦੌਲਤ ਰਾਜੇ ਕੋਲ ਨਹੀਂ ਹੁੰਦੀ ਜਿੰਨੀ ਜਿਹੜੀ ਧਨ ਦੌਲਤ ਵਜ਼ੀਰ ਦੇ ਕੋਲ ਹੁੰਦੀ ਹੈ। ਕਿਉਂਕਿ ਸਾਰਾ ਹਿਸਾਬ ਕਿਤਾਬ ਉਹ ਵਜ਼ੀਰ ਦੇ ਕੋਲ ਹੁੰਦਾ ਹੈ ਤੇ ਜਿਹੜਾ ਰਾਜਾ ਹੁੰਦਾ, ਹਾਕਮ ਹੁੰਦਾ ਹੈ, ਉਹ ਕੰਨਾਂ ਦਾ ਕੱਚਾ ਹੁੰਦਾ। ਉਹਨੂੰ ਜੋ ਮਰਜ਼ੀ ਕਹੀ ਜਾਵੋ, ਉਹਨੂੰ ਜੋ ਮਰਜ਼ੀ ਦੱਸੀ ਜਾਵੋ, ਉਹਨੇ ਕਹਿਣਾ ਹਾਂ ਬਿਲਕੁਲ ਇਹੋ ਹੀ ਸੱਚ ਹੈ। ਕਿਉਂਕਿ ਨਾ ਉਹਨੇ ਜਾ ਕੇ ਫੁੱਲ ਫਲਈਆ ਕਰਨਾ, ਨਾ ਉਹਨੇ ਜਾ ਕੇ ਕੁਝ ਵੇਖਣਾ, ਉਹਨੇ ਰਾਜੇ ਨੇ ਹੁਕਮ ਜਾਰੀ ਕਰਨਾ ਹੈ ਤੇ ਹੁਕਮ ਨੂੰ ਲਾਗੂ ਕਰਨਾ ਹੁੰਦਾ ਵਜ਼ੀਰ ਨੇ। ਤੇ ਵਜ਼ੀਰ ਜਿਹੜਾ ਵਾ ਉਸ ਹੁਕਮ ਦੇ ਥੱਲੇ ਕਈ ਜਿਹੜਾ ਘਵਲਾ ਕਰਕੇ, ਕਈ ਪ੍ਰਕਾਰ ਦੀਆਂ ਹੀਰੀਆਂ ਫੇਰੀਆਂ ਕਰਕੇ ਆਪਣਾ ਘਰ ਭਰਦਾ ਹੈ। ਕਿਉਂਕਿ ਜਿਹੜਾ ਲਖਪਤ ਰਾਏ ਸੀ ਉਹ ਵੀ ਇਸੇ ਬਿਰਤੀ ਦਾ ਬੰਦਾ ਸੀ। ਉਹ ਭਾਵੇਂ ਲਾਹੌਰ ਦੇ ਨਵਾਬ ਦਾ ਖਾਸ ਵਜ਼ੀਰ ਸੀ ਤੇ ਜਿਹੜਾ ਜਹੀਆ ਖਾਨ ਸੀ ਉਹ ਹੁਕਮ ਜਾਰੀ ਕਰਦਾ ਸੀ, ਇਹ ਲਖਪਤ ਰਾਏ ਹੁਕਮ ਨੂੰ ਲਾਗੂ ਕਰਦਾ ਸੀ ਅਤੇ ਉਸ ਅਨੁਸਾਰ ਇਹ ਧਨ ਦੌਲਤ ਹੀਰਾ ਫੇਰੀ ਕਰਕੇ ਆਪਣੇ ਕੋਲ ਜਮ੍ਹਾਂ ਕਰੀ ਜਾਂਦਾ ਸੀ। ਜਿਸ ਕਰਕੇ ਮੀਰ ਮਨੂੰ ਨੂੰ ਇਸ ਗੱਲ ਦਾ ਪਤਾ ਸੀ, ਕਿਉਂਕਿ ਮੀਰ ਮਨੂੰ ਵੀ ਦਿੱਲੀ ਦੇ ਦਰਬਾਰ ਦੇ ਕਮਰਦੀਨ ਦਾ ਪੁੱਤਰ ਹੈ ਤੇ ਕਮਰਦੀਨ ਜਿਹੜਾ ਉਹ ਖਾਸ ਜਿਹੜਾ ਦੀਵਾਨ ਹੈ, ਖਾਸ ਵਜ਼ੀਰ ਹੈ। ਜਿਸ ਕਰਕੇ ਮੀਰ ਮਨੂੰ ਨੂੰ ਪਤਾ ਸੀ ਕਿ ਜਿਹੜਾ ਵਜ਼ੀਰ ਦੇ ਕੋਲ ਧਨ ਦੌਲਤ ਉਹ ਬਹੁਤ ਜ਼ਿਆਦਾ ਹੁੰਦੀ ਹੈ ਤੇ ਮੀਰ ਮਨੂੰ ਇਹਨੇ ਲਾਹੌਰ ਤੇ ਕਬਜ਼ਾ ਕੀਤਾ ਹੈ, ਪਰ ਇਹਦੇ ਕੋਲ ਧਨ ਦੌਲਤ ਬਹੁਤੀ ਜ਼ਿਆਦੀ ਨਹੀਂ ਹੈ। ਕਿਉਂਕਿ ਅਹਿਮਦ ਸ਼ਾਹ ਅਬਦਾਲੀ ਜਦੋਂ ਉਹਨੇ ਲਾਹੌਰ ਤੇ ਕਬਜ਼ਾ ਕੀਤਾ, ਉਹਨੇ ਸਾਰੀ ਜਿਹੜੀ ਲਾਹੌਰ ਲੁੱਟ ਲਿਆ। ਇਸ ਤੋਂ ਇਲਾਵਾ ਰਹਿੰਦੀ ਖੁੰਦੀ ਕਸਰ ਜਿਹੜੀ ਹੈ ਉਹ ਸਿੱਖਾਂ ਨੇ ਜਿਹੜੀ ਛੱਡ ਕਰ ਦਿੱਤੀ ਪੂਰੀ, ਭਾਵ ਕਿ ਲਾਹੌਰ ਦੇ ਵਿੱਚ ਉਹਨਾਂ ਪੈਸਾ ਨਹੀਂ ਸੀ ਜਿਸ ਕਰਕੇ ਮੀਰ ਮਨੂੰ ਆਪਣਾ ਰਾਜ ਪ੍ਰਬੰਧ ਚਲਾ ਸਕਦਾ। ਕਿਉਂਕਿ ਉੱਥੇ ਖਾਣਾ ਵੀ ਖਾਣਾ ਹੈ, ਉੱਥੇ ਉਹਨੇ ਫੌਜਾਂ ਨੂੰ ਤਨਖਾਹਾਂ ਵੀ ਦੇਣੀਆਂ ਹਨ, ਉਹਨੇ ਹਥਿਆਰ ਵੀ ਨਵੇਂ ਲੈਣੇ ਹਨ। ਜਿਸ ਕਰਕੇ ਉਹਨੇ ਲਖਪਤ ਰਾਏ ਨੂੰ ਕਹਿਆ ਕਿ ਤੂੰ 30 ਲੱਖ ਟਕਾ ਦੇ ਮੈਨੂੰ, ਜਿਸ ਕਰਕੇ ਮੈਂ ਤੇਰੀ ਜਾਨ ਛੱਡਾਂਗਾ। ਪਰ ਲਖਪਤ ਰਾਏ 20 ਲੱਖ ਟਕਾ ਦੇ ਸਕਿਆ, ਜਿਹਦੇ ਕਰਕੇ ਮੀਰ ਮਨੂੰ ਨੇ ਉਹਨੂੰ ਲਖਪਤ ਰਾਏ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਲਖਪਤ ਰਾਏ ਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਸਾੜਿਆ ਗਿਆ। ਇੱਧਰ ਜਿਹੜਾ ਲਾਹੌਰ ਤੇ ਕਾਬਜ ਉਹ ਮੀਰ ਮਨੂੰ ਹੈ ਤੇ ਮੀਰ ਮਨੂੰ ਦਾ ਦੀਵਾਨ ਬਣਿਆ ਹੈ ਕੌੜਾ ਮੱਲ ਜੀ, ਜੋ ਕਿ ਸਿੱਖ ਸਮਾਜ ਵਿੱਚ ਬਹੁਤ ਸਤਿਕਾਰਯੋਗ ਹਸਤੀ ਹੈ। ਹਾਲਾਂਕਿ ਕੌੜਾ ਮੱਲ ਵੀ ਇੱਕ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਲਖਪਤ ਰਾਏ ਵੀ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਪਰ ਦੋਵਾਂ ਦੇ ਜੀਵਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਲਖਪਤ ਰਾਏ ਸਿੱਖਾਂ ਦਾ ਵਿਰੋਧੀ ਹੈ, ਪਰ ਕੌੜਾ ਮੱਲ ਜੀ ਉਹ ਸਿੱਖਾਂ ਦਾ ਹਮੈਤੀ ਹੈ ਤੇ ਕੌੜਾ ਮੱਲ ਜਿਹੜਾ ਹੈ ਉਹ ਲਖਪਤ ਰਾਏ ਨੂੰ ਗਾਂ ਦਾ ਸਿਆਣਪ ਹੈ। ਉਹਨੇ ਫਿਰ ਆਪਣੀ ਸਿਆਣਪ ਇਸ ਮੌਕੇ ਵਿਖਾਈ ਅਤੇ ਮੀਰ ਮਨੂੰ ਨੂੰ ਸਮਝਾਇਆ, ਉਹਨੂੰ ਜਿਹੜਾ ਸਾਰੀ ਗੱਲ ਉਹਦੇ ਪੱਲੇ ਪਾਈ, ਜਿਹਦੇ ਕਰਕੇ ਮੀਰ ਮਨੂੰ ਦਾ ਵੀ ਫਾਇਦਾ ਹੋਵੇ, ਸਿੱਖਾਂ ਦਾ ਵੀ ਫਾਇਦਾ ਹੋਵੇ ਅਤੇ ਲਖਪਤ ਰਾਏ ਨੂੰ ਸਜ਼ਾ ਵੀ ਮਿਲ ਜਾਵੇ। ਉਹ ਫਿਰ ਕਿਹੜੀ ਸਕੀਮ ਦੇ ਨਾਲ, ਕਿਹੜੇ ਢੰਗ ਤਰੀਕੇ ਦੇ ਨਾਲ ਮੀਰ ਮਨੂੰ ਨੂੰ ਸਾਰੀ ਗੱਲ ਸਮਝਾਉਂਦਾ ਹੈ, ਉਹ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।